15 ਤੋਂ 45 ਸਾਲ ਦੀ ਲੇਡੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਮਾਂ ਬਣਨ ਦੇ ਯੋਗ ਹੈ, ਰਿਪਰੋਡਕਟਿਵ ਏਜ ਉਹਨੂੰ ਕਿਹਾ ਜਾਂਦਾ ਹੈ, ਉਹਦੇ 'ਚ ਨੇਚਰ ਵੱਲੋਂ ਇਹ ਬਣਾਇਆ ਗਿਆ ਹੈ ਕਿ ਹਰ ਮਹੀਨੇ ਬੱਚੀ ਜਾਂ ਲੇਡੀ ਜਾਂ ਈਵਨ ਪ੍ਰੈਗਨੈਂਟ ਔਰ ਨਾਨ ਪ੍ਰੈਗਨੈਂਟ ਹਰ ਮਹੀਨੇ ਇੱਕ ਐਗ ਜਿਹੜਾ ਹੈਗਾ ਮੈਚਿਓਰ ਹੁੰਦਾ ਹੈ, ਇੱਕ ਆਪਣੇ ਸਾਈਜ਼ 'ਤੇ ਪਹੁੰਚਦਾ ਹੈ ਔਰ ਉਸ ਤੋਂ ਬਾਅਦ ਉਹ ਰਿਲੀਜ਼ ਹੁੰਦਾ ਹੈ। ਜੋ ਮੈਰਿਡ ਹੈ ਤਾਂ ਉਹ ਪ੍ਰੈਗਨੈਂਟ ਹੋ ਸਕਦੀ ਹੈ, ਜੇ ਅਨਮੈਰਿਡ ਹੈ ਉਹਨੂੰ ਮੈਂਸਸ ਆ ਜਾਣਗੇ, ਰਾਈਟ। ਕਈਆਂ ਨੂੰ ਤਾਂ ਪੀਰੀਅਡਸ ਬਿਲਕੁਲ ਹੀ ਨਹੀਂ ਆਉਂਦੇ ਹੈ ਲੜਕੀਆਂ ਨੂੰ, ਔਰ ਕਈਆਂ ਨੂੰ ਬਹੁਤ ਡਿਲੇਡ ਪੀਰੀਅਡਸ ਵੀ ਹੁੰਦੇ ਇਹਦੇ ਵਿੱਚ, ਲਾਈਕ 2 ਮੰਥਸ ਡਿਲੇਡ ਪੀਰੀਅਡਸ ਵੀ ਆਉਂਦੇ ਨੇ ਇਹਦੇ ਵਿੱਚ। ਇਹ ਡਿਪੈਂਡ ਕਰੇਗਾ ਕਿ ਕਿਸ ਨੂੰ ਕਿੰਨੀ ਸਵੀਅਰ ਉਹ ਬਿਮਾਰੀ ਹੈ। ਸ਼ੀ ਸੈਡ ਕਿ ਆਈ ਐਮ ਮੈਰਿਡ, ਆਈ ਐਮ ਗੈਟਿੰਗ ਰੈਗੂਲਰ ਪੀਰੀਅਡਸ, ਮੈਨੂੰ ਸਹੀ ਆ ਰਿਹਾ ਪਰ ਮੈਂ ਪ੍ਰੈਗਨੈਂਟ ਨਹੀਂ ਹੋ ਰਹੀ। ਕਈ ਵਾਰ ਕੀ ਹੁੰਦਾ, ਪ੍ਰੈਗਨੈਂਟ ਨਾ ਹੋਣ ਦੇ ਪੋਲੀਸਿਸਟਿਕ ਦੇ ਜਿਵੇਂ ਮੈਂ ਕਿਹਾ ਵੇਰੀਐਂਟ ਹੁੰਦੇ ਆ, ਉਹਦੇ 'ਚ ਹੋ ਸਕਦਾ ਹੈ ਕਿ ਉਹਨਾਂ ਦਾ ਐਗ ਬਣ ਰਿਹਾ ਹੈ ਬਟ ਉਹਦਾ ਸਾਈਜ਼ ਪ੍ਰੋਪਰ ਨਹੀਂ ਬਣ ਰਿਹਾ। ਜੇ ਐਗ ਪ੍ਰੀ ਮੈਚੋਰਲੀ ਜਾਂ ਤਾਂ ਨਿਕਲ ਜਾਏਗਾ ਓਵਰੀ 'ਚੋਂ ਜਾਂ ਉਹ ਡਿਲੇਡ ਨਿਕਲੇਗਾ ਤਾਂ ਉਹ ਐਗ ਦੀ ਕੁਆਲਿਟੀ ਅੱਛੀ ਨਹੀਂ ਹੋਏਗੀ, ਤਾਂ ਇਨ ਸਪਾਈਟ ਆਫ ਐਵਰੀ ਐਫਰਟ ਉਹ ਪ੍ਰੈਗਨੈਂਟ ਨਹੀਂ ਹੋਏਗੀ, ਮੇਬੀ ਉਹਨੂੰ ਮੈਂਸਸ ਰੈਗੂਲਰ ਆ ਰਹੇ ਹੋਣਗੇ। ਬੱਚਿਆਂ ਦੇ ਅੱਜ ਕੱਲ੍ਹ ਖਾਣ ਦੀਆਂ ਹੈਬਿਟਸ, ਦੇ ਡੋਂਟ ਲਾਈਕ ਨੋਰਮਲ ਫੂਡ। ਉਹਨਾਂ ਨੇ ਜੋ ਵੀ ਜੰਕ ਫੂਡ ਖਾਣਾ ਹੈ ਉਹਦੇ 'ਚ ਮੈਦਾ ਐਂਡ ਦੈਨ ਮਿਓਨੀਜ਼ ਐਂਡ ਡਿਫਰੈਂਟ ਫਲੇਵਰਡ ਥਿੰਗਸ। ਹੁਣ ਉਹਦੇ 'ਚ ਕਿਹੜੇ ਕੈਮੀਕਲਸ ਹੈ ਵੀ ਡੋਂਟ ਨੋ। ਬੱਚੀਆਂ 'ਚ ਮੋਟਾਪਾ ਦੇਖਿਆ ਗਿਆ ਹੈ, ਈਵਨ ਕਈ ਬੱਚਿਆਂ ਦੇ ਫੇਸ 'ਤੇ ਲੈਗਸ 'ਤੇ ਆਰਮਸ ਦੇ ਬਹੁਤ ਸਾਰਾ ਬਾਲ ਆ ਜਾਂਦੇ ਹੈ ਔਰ ਫਿਰ ਉਹ ਜਦੋਂ ਲੇਟਰ ਔਨ ਇਨ ਦ ਲਾਈਫ ਉਹ ਮੈਰਿਡ ਹੁੰਦੀ ਹੈ ਤਾਂ ਉਹਨਾਂ ਨੂੰ ਪ੍ਰੈਗਨੈਂਟ ਹੋਣ 'ਚ ਪ੍ਰੋਬਲਮ ਆਉਂਦੀ ਹੈ। ਕਈਆਂ ਦੇ ਤਾਂ ਡਾਕਟਰ ਸਾਹਿਬ ਦੇਖਿਆ ਕਿ ਪ੍ਰੋਪਰ ਦਾੜੀ ਹੁੰਦੀ ਹੈ। ਆਪਣੇ ਪੰਜਾਬ ਦੇ ਵਿੱਚ ਕੇਸਿਸ ਹੈਗੇ 1-2 ਅਜਿਹੇ, ਇੱਕ ਲੜਕੀ ਹੈ, ਸ਼ੀ ਇਜ਼ ਵੈਰੀ ਬਿਊਟੀਫੁਲ ਪਰ ਉਹ ਪ੍ਰੋਪਰ ਬੀਅਰਡਡ ਗਰਲ ਹੈ। ਯੈਸ ਪਿਛਲੇ 15-20 ਸਾਲਾਂ 'ਚ ਚੇਂਜ ਇਨ ਦ ਸੋਸਾਇਟੀ ਆਈ ਹੈ ਅਬਾਊਟ ਐਵਰੀਥਿੰਗ, ਰਾਈਟ, ਅਬਾਊਟ ਲਾਈਫ ਸਟਾਈਲ, ਅਬਾਊਟ ਸਟ੍ਰੈਸ। ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਸਟ੍ਰੈਸ ਹੈ। ਸਤਿ ਸ਼੍ਰੀ ਅਕਾਲ, ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਆਕਾਂक्षा। ਹਾਲ ਹੀ ਦੇ ਵਿੱਚ ਪੰਜਾਬੀ ਕਲਾਕਾਰ ਹਿਮਾਂਸ਼ੀ ਖੁਰਾਨਾ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਰਿਵੀਲ ਕੀਤਾ ਕਿ ਉਹਨਾਂ ਨੂੰ ਬਹੁਤ ਸਵੀਅਰ PCOS ਹੈ। PCOS ਯਾਨੀ ਕਿ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ। ਇਹ ਕੀ ਹੁੰਦਾ ਹੈ? PCOS ਇੱਕ ਅਜਿਹੀ ਬਿਮਾਰੀ ਹੈਗੀ ਹੈ ਜਿਹੜੀ ਬਹੁਤ ਆਮ ਔਰਤਾਂ ਦੇ ਵਿੱਚ ਪਾਈ ਜਾਂਦੀ ਹੈ, ਮੈਰਿਡ ਔਰਤਾਂ ਦੇ ਵਿੱਚ ਵੀ ਪਾਈ ਜਾਂਦੀ ਹੈ ਅਤੇ ਅਨਮੈਰਿਡ ਗਰਲਸ ਦੇ ਵਿੱਚ ਵੀ ਇਹ ਜਿਹੜੀ ਡਿਜ਼ੀਜ਼ ਹੈ ਦੇਖਣ ਨੂੰ ਮਿਲ ਰਹੀ ਹੈ। ਇੱਕ ਸਟੱਡੀ ਦੇ ਹਿਸਾਬ ਦੇ ਨਾਲ ਜੋ PCOS ਹੈ, ਹਰੇਕ ਤੀਸਰੀ ਮਹਿਲਾ ਦੇ ਵਿੱਚ ਇਹ ਜਿਹੜੀ ਡਿਜ਼ੀਜ਼ ਹੈ ਉਹ ਪਾਈ ਜਾਂਦੀ ਹੈ। ਇਟ ਇਜ਼ ਦਿਸ ਮਚ ਕਾਮਨ। ਤਾਂ ਅੱਜ ਅਸੀਂ ਇਹਦੇ ਬਾਰੇ ਗੱਲ ਕਰਾਂਗੇ, PCOS ਐਂਡ PCOD, ਇਹਦੇ ਵਿੱਚ ਕੀ ਫਰਕ ਹੈ, ਇਹ ਕੀ ਬਿਮਾਰੀਆਂ ਹੁੰਦੀਆਂ ਨੇ। ਔਰ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਇਸ ਵੇਲੇ ਡਾਕਟਰ ਧੀਰਾ ਗੁਪਤਾ ਜੀ, ਜੋ ਕਿ ਫਰੀਦਕੋਟ ਵਿਖੇ ਸੇਵਾਵਾਂ ਨਿਭਾ ਰਹੇ, ਫਰੀਦਕੋਟ ਸਿਵਲ ਸਰਜਨ ਆਫਿਸ ਦੇ ਵਿੱਚ ਡੈਪੂਟੀ ਮੈਡੀਕਲ ਕਮਿਸ਼ਨਰ ਦੇ ਤੌਰ 'ਤੇ ਮੈਮ ਸੇਵਾਵਾਂ ਨਿਭਾ ਰਹੇ ਨੇ ਔਰ ਬਹੁਤ ਵਾਸਟ ਇਹਨਾਂ ਦਾ ਐਕਸਪੀਰੀਅੰਸ ਹੈ ਐਜ਼ ਅ ਗਾਇਨਾਕੋਲੋਜਿਸਟ। ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ ਮੈਮ, ਬਹੁਤ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਟੀਵੀ 'ਤੇ। ਥੈਂਕ ਯੂ ਡਾਕਟਰ ਸਾਹਿਬ, ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਸ ਪ੍ਰੋਫੈਸ਼ਨ ਦੇ ਵਿੱਚੋਂ ਐਜ਼ ਅ ਗਾਇਨੀ, ਤੁਹਾਡਾ ਬਹੁਤ ਨਾਮ ਹੈ ਪੂਰੇ ਪੰਜਾਬ ਦੇ ਵਿੱਚ, ਅਤੇ ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਸਾਨੂੰ ਇਹ ਕਲੀਅਰ ਕਰੋ ਕਿ ਜੋ PCOS ਹੈ ਅੱਜ ਕੱਲ੍ਹ ਬਹੁਤ ਕਾਮਨ ਹੋ ਗਿਆ ਗਰਲਸ ਦੇ ਵਿੱਚ, ਲੇਡੀਜ਼ ਦੇ ਵਿੱਚ, ਤਾਂ ਇਹ ਕਿਸ ਤਰ੍ਹਾਂ ਦੀ ਬਿਮਾਰੀ ਹੈ ਜੀ? ਔਰ ਬੇਸਿਕਲੀ PCOS ਜਾਂ PCOD ਹੈ ਕੀ ਚੀਜ਼? ਬੇਸਿਕਲੀ ਆਪਾਂ ਇਹ ਗੱਲ ਕਰਾਂਗੇ ਕਿ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਜੋ ਹੈ ਉਹ ਇੱਕ ਤਰ੍ਹਾਂ ਦਾ ਸਿੰਡਰੋਮ ਹੈ ਜਿਹੜਾ PCOS ਕਹਿੰਦੇ ਆ। ਇਟਸ ਅ ਸਿੰਡਰੋਮ। ਇਹਦੇ 'ਚ 4 ਜਿਹੜੀਆਂ ਹੁੰਦੀਆਂ ਚੀਜ਼ਾਂ, ਇੱਕ ਓਬੈਸਿਟੀ, ਹਿਰਸੂਟਿਜ਼ਮ, ਇਨਫਰਟਿਲਿਟੀ ਮੈਨੇ ਬੱਚੇ ਦਾ ਨਾ ਹੋਣਾ, ਐਂਡ ਐਮਿਨੋਰੀਆ ਮੀਨਸ ਮੈਂਸਿਸ ਦਾ ਇਰੈਗੂਲੈਰਿਟੀ ਜਾਂ ਡਿਲੇ ਹੋ ਕੇ ਆਉਣਾ। ਇਹਦੇ ਕੋਈ ਵੀ ਇੱਕ, ਜਦੋਂ ਇਹ ਚਾਰੋਂ ਚੀਜ਼ਾਂ ਕਿਸੇ 'ਚ ਪ੍ਰੈਜ਼ੈਂਟ ਹੈ ਆਪਾਂ ਉਹਨੂੰ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਕਹਿੰਦੇ ਹਾਂ। ਜਦੋਂ ਇਹਦੇ 'ਚੋਂ ਕੋਈ ਇੱਕ ਜਾਂ 2 ਇਕੱਠੇ ਹੋ ਜਾਣ ਤਾਂ ਉਹਨੂੰ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਕਹਿੰਦੇ ਹਾਂ। ਅੱਜ ਕੱਲ੍ਹ ਜਿਵੇਂ ਤੁਸੀਂ ਕਿਹਾ ਕਿ ਹਰ ਬੱਚੇ 'ਚ, ਈਵਨ ਗਰਲਸ, ਅਨਮੈਰਿਡ ਗਰਲਸ ਆਰ ਹੈਵਿੰਗ ਦਿਸ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਔਰ ਸਿੰਡਰੋਮ, ਰਾਈਟ। ਇਹਦਾ ਰੀਜ਼ਨ ਹੁਣ ਜੇ ਆਪਾਂ ਕਹੀਏ ਕਿ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ 'ਚ ਕੀ ਹੁੰਦਾ ਹੈ, ਮੋਸਟਲੀ ਜਿਹੜੀ ਸਟਾਰਟ ਹੁੰਦੇ ਆ ਉਹ ਮੈਂਸਿਸ ਉਦੋਂ ਬਿਲਕੁਲ ਰੈਗੂਲਰ ਹੁੰਦੇ ਆ। ਇਨ ਨੈਕਸਟ 1 or 2 years ਪੇਸ਼ੈਂਟ ਇਹ ਕੰਪਲੇਂਟ ਨਾਲ ਆਉਂਦਾ ਹੈ ਕਿ ਉਹਦੇ ਜਿਹੜੇ ਮੈਂਸਿਸ ਹੈ ਉਹ ਇਰੈਗੂਲਰ ਹੋ ਗਏ ਆ, ਉਹ ਡਿਲੇ ਹੋਣੇ ਸ਼ੁਰੂ ਹੋ ਗਏ ਆ। ਔਰ ਬੱਚੀਆਂ 'ਚ ਮੋਟਾਪਾ ਦੇਖਿਆ ਗਿਆ ਹੈ, ਈਵਨ ਕਈ ਬੱਚਿਆਂ ਦੇ ਫੇਸ 'ਤੇ ਲੈਗਸ 'ਤੇ ਆਰਮਸ ਦੇ ਬਹੁਤ ਸਾਰਾ ਬਾਲ ਆ ਜਾਂਦੇ ਹੈ
ਔਰ ਫਿਰ ਉਹ ਜਦੋਂ ਲੇਟਰ ਔਨ ਇਨ ਦ ਲਾਈਫ ਉਹ ਮੈਰਿਜ ਹੁੰਦੀ ਹੈ ਤਾਂ ਉਹਨਾਂ ਨੂੰ ਪ੍ਰੈਗਨੈਂਟ ਹੋਣ 'ਚ ਪ੍ਰੋਬਲਮ ਆਉਂਦੀ ਹੈ। ਸੋ ਇਸ ਚੀਜ਼ ਨੂੰ ਰੋਕਣ ਲਈ ਯੈਸ ਬੇਸਿਕਲੀ ਇਟ ਇਜ਼ ਅ ਹਾਰਮੋਨਲ ਇੰਬੈਲੈਂਸ ਰਾਈਟ। ਇਹਦੇ 'ਚ ਬਹੁਤ ਮਲਟੀਪਲ ਪ੍ਰੋਬਲਮਸ ਆਉਂਦੀਆਂ। ਹੁਣ ਜੇ ਆਪਾਂ ਸਾਇੰਟੀਫਿਕਲੀ ਇਹਨੂੰ ਡਿਸਕਸ ਕਰੀਏ ਤਾਂ ਓਬੈਸਿਟੀ ਦਾ ਕਾਰਨ ਇਨਸੂਲਿਨ ਰੈਜ਼ਿਸਟੈਂਸ ਕਿਹਾ ਗਿਆ ਹੈ। ਇਨਸੂਲਿਨ ਇੱਕ ਇਹੋ ਜਿਹਾ ਹਾਰਮੋਨ ਹੈ ਆਪਣੀ ਬਾਡੀ 'ਚ ਜਿਹੜੀ ਆਪਣੀ ਗਲੂਕੋਜ਼ ਜੋ ਵੀ ਆਪਾਂ ਡਾਈਟ ਲੈਂਦੇ ਹਾਂ ਉਹਨੂੰ ਯੂਜ਼ ਕਰਨ 'ਚ ਉਸ ਗਲੂਕੋਜ਼ ਨੂੰ ਕਨਵਰਟ ਕਰਕੇ ਆਪਣੀ ਬਾਡੀ 'ਚ ਅੱਛੀ ਤਰ੍ਹਾਂ ਯੂਜ਼ ਕਰਨ ਲਈ ਬਾਡੀ ਉਹਨੂੰ ਹੈਲਪ ਕਰਦੀ ਹੈ ਰਾਈਟ। ਜਦੋਂ ਇਨਸੂਲਿਨ ਨੂੰ ਰੈਜ਼ਿਸਟੈਂਸ ਵੱਧ ਜਾਂਦੀ ਹੈ ਇਨ ਦ ਟਿਸ਼ੂਜ਼ ਤਾਂ ਉਹ ਜਿਹੜਾ ਗਲੂਕੋਜ਼ ਹੈ ਉਹ ਕਨਵਰਟ ਨਹੀਂ ਹੁੰਦਾ, ਇਟ ਗੈਟਸ ਕਨਵਰਟਿਡ ਇਨਟੂ ਫੈਟ। ਉਹ ਜਿਹੜਾ ਫੈਟ ਹੈ ਡਿਪੋਜ਼ਿਟ ਹੁੰਦਾ ਹੈ ਤਾਂ ਬੱਚੇ ਓਬੀਸ ਹੋ ਜਾਂਦੇ ਆ। ਠੀਕ ਹੈ। ਓਵੇਰੀਅਨ ਹਾਰਮੋਨਸ ਵੀ ਜਦੋਂ ਡਿਸਟਰਬ ਹੋ ਜਾਂਦੇ ਹੈ ਤਾਂ ਫਿਰ ਉਹ ਟੈਸਟੋਸਟਰੋਨ 'ਚ ਕਨਵਰਟ ਹੋਣਾ ਸ਼ੁਰੂ ਹੋ ਜਾਂਦੇ ਆ ਰਾਈਟ। ਟੈਸਟੋਸਟਰੋਨ ਇਜ਼ ਅ ਮੇਲ ਹਾਰਮੋਨ right, and males yes males they do have good amount of beard and hairs on their body that is their symbol of manhood, so for females it is not good। so ਉਸ ਕਰਕੇ ਫਿਰ ਇਹ ਮਤਲਬ ਦੇਖਣ 'ਚ ਵੀ ਬੱਚਿਆਂ ਦੇ ਕੌਨਫੀਡੈਂਸ 'ਚ ਵੀ ਉਹਨਾਂ ਦੀ ਮਾਂ ਪਿਓ ਨੂੰ ਉਹਨਾਂ ਦੇ ਵਿਆਹ ਦੀ ਫਿਕਰ ਹੋ ਜਾਂਦੀ ਹੈ ਐਂਡ ਬਹੁਤ ਸਾਰੀਆਂ ਚੀਜ਼ਾਂ 'ਚ ਇਹ ਪ੍ਰੋਬਲਮ ਆਉਂਦੀ ਹੈ। ਕਈਆਂ ਦੇ ਤਾਂ ਡਾਕਟਰ ਸਾਹਿਬ ਦੇਖਿਆ ਕਿ ਪ੍ਰੋਪਰ ਦਾੜੀ ਹੁੰਦੀ ਹੈ। ਆਪਣੇ ਪੰਜਾਬ ਦੇ ਵਿੱਚ ਕੇਸਿਸ ਹੈਗੇ ਇੱਕ ਦੋ ਅਜਿਹੀ, ਇੱਕ ਲੜਕੀ ਹੈ ਸ਼ੀ ਇਜ਼ ਵੈਰੀ ਬਿਊਟੀਫੁਲ ਪਰ ਉਹ ਪ੍ਰੋਪਰ ਬੀਅਰਡਡ ਗਰਲ ਹੈ। ਯੈਸ ਇਹਦਾ ਰੀਜ਼ਨ ਜੇ ਮੈਂ ਅੱਗੇ ਡਿਸਕਸ ਕਰੀਏ ਆਪਾਂ ਇਹਦਾ ਰੀਜ਼ਨ ਜੋ ਪਾਇਆ ਗਿਆ ਹੈ ਮਤਲਬ ਵਾਟ ਵੀ ਥਿੰਕ ਦਿਸ ਹਾਰਮੋਨਲ ਬੈਲੈਂਸ ਇਜ਼ ਕਿਉਂਕਿ ਜਿਹੜਾ ਯੂ ਕੈਨ ਸੇ ਪਿਛਲੇ 15-20 ਸਾਲਾਂ 'ਚ ਚੇਂਜ ਇਨ ਦ ਸੋਸਾਇਟੀ ਆਈ ਹੈ ਅਬਾਊਟ ਐਵਰੀਥਿੰਗ ਰਾਈਟ, ਅਬਾਊਟ ਲਾਈਫ ਸਟਾਈਲ, ਅਬਾਊਟ ਸਟ੍ਰੈਸ। ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਸਟ੍ਰੈਸ ਹੈ। ਮਤਲਬ ਸਾਡੀ ਉਮਰ 'ਚ ਮੈਨੂੰ ਨਹੀਂ ਯਾਦ ਕਿ ਸਾਨੂੰ ਕਦੇ ਸਟ੍ਰੈਸ ਸੀਗਾ। ਪੜ੍ਹਨਾ ਹੁੰਦਾ ਸੀਗਾ ਯੈਸ, ਪਾਸ ਹੋਣਾ ਹੁੰਦਾ ਸੀਗਾ, ਖਾਣਾ ਹੁੰਦਾ ਸੀ, ਖੇਲਣਾ ਹੁੰਦਾ ਸੀਗਾ ਐਂਡ ਇੰਜੋਏ ਯੋਰ ਲਾਈਫ। ਠੀਕ ਹੈ। ਹੁਣ ਅੱਜ ਕੱਲ੍ਹ ਛੋਟੇ ਬੱਚੇ ਕਹਿੰਦੇ ਆ ਮੈਨੂੰ ਸਟ੍ਰੈਸ ਹੈ ਰਾਈਟ। ਦੇਅਰ ਲਾਈਫ ਸਟਾਈਲ ਇਜ਼ ਨਾਟ ਗੁੱਡ। ਫਿਜ਼ੀਕਲ ਐਕਟੀਵਿਟੀ ਜਿਵੇਂ ਕਿਤੇ ਗਾਇਬ ਹੋ ਗਈ ਹੈ। ਦਿਸ ਨੈਟ, ਦਿਸ ਮੋਬਾਈਲਸ, ਦਿਸ ਮੀਡੀਆ, ਯੈਸ ਇਹਦੇ ਨਾਲ ਉਹਨਾਂ ਦੀ ਮੈਂਟਲ ਗਰੋਥ ਹੋਈ ਹੈ ਰਾਈਟ। ਉਹਨਾਂ ਨੂੰ ਨੌਲੇਜ ਬਹੁਤ ਜ਼ਿਆਦਾ ਵਧੀ ਹੈ ਬਟ ਫਿਜ਼ੀਕਲੀ ਯੈਸ ਯੂ ਸੇ ਦੈਟ ਫਿਜ਼ੀਕਲ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਨੀ ਅੱਛੀ ਨਹੀਂ ਹੋਈ। ਫਿਜ਼ੀਕਲ ਡਿਵੈਲਪਮੈਂਟ ਬਿਕੋਜ਼ ਉਹ ਖੇਲਣਾ ਮਿੱਟੀ 'ਚ ਆਪਾਂ ਕਹਿੰਦੇ ਹੁੰਦੇ ਸੀਗੇ ਕਿ ਮਿੱਟੀ ਦੇ ਵਿੱਚ ਜਿਹੜੇ ਬੱਚੇ ਖੇਲ ਕੇ ਬੜੇ ਹੁੰਦੇ ਆ ਉਹਨਾਂ ਦੀ ਇਮਿਊਨਿਟੀ ਉਹਨਾਂ ਦੀ ਹੈਲਥ ਇਜ਼ ਵੈਰੀ ਗੁੱਡ, ਦੇ ਆਰ ਸਟਰੋਂਗ। ਸੋ ਬੇਸਿਕਲੀ ਉਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਜਿਹੜਾ ਫਿਜ਼ੀਕਲ ਐਕਟੀਵਿਟੀ ਹੈ ਉਹਦੇ ਨਾਲ ਜਿਹੜੇ ਆਪਣੀ ਬਾਡੀ ਦੇ ਵਿੱਚ ਪੋਜ਼ੀਟਿਵ ਹਾਰਮੋਨਸ ਰਿਲੀਜ਼ ਹੁੰਦੇ ਹੈ ਉਹ ਸਮਹਾਓ ਆਪਣੀ ਰਿਪਰੋਡਕਟਿਵ ਸਿਸਟਮ 'ਤੇ ਵੀ ਦੇ ਹੈਲਪ ਦ ਗਰੋਥ ਐਂਡ ਪ੍ਰੋਪਰ ਮੈਚਿਓਰਿੰਗ ਆਫ ਦੈਟ reproductive system. Reproductive system you can say the ovaries, the uterus, the tubes, everything. Now basically ਅੱਛਾ ਦੂਜਾ ਫਿਰ ਉਹਨਾਂ ਦੇ ਬੱਚਿਆਂ ਦੇ ਅੱਜ ਕੱਲ੍ਹ ਖਾਣ ਦੀਆਂ ਹੈਬਿਟਸ, they don't like normal food. ਉਹਨਾਂ ਨੇ ਜੋ ਵੀ ਜੰਕ ਫੂਡ ਖਾਣਾ ਹੈ ਉਹਦੇ 'ਚ ਮੈਦਾ ਐਂਡ ਦੈਨ ਮਿਓਨੀਜ਼ ਐਂਡ ਡਿਫਰੈਂਟ ਫਲੇਵਰਡ ਥਿੰਗਸ। ਹੁਣ ਉਹਦੇ 'ਚ ਕਿਹੜੇ ਕੈਮੀਕਲਸ ਹੈ ਵੀ ਡੋਂਟ ਨੋ ਰਾਈਟ। ਔਰ ਸੀਰੀਅਸਲੀ ਦੇ ਆਰ ਟੇਕਿੰਗ ਦ ਟੋਲ ਔਨ ਦੇਅਰ ਓਵੇਰੀਅਨ ਗਰੋਥ। ਸੋ ਬੇਸਿਕਲੀ ਇਹਦੇ 'ਚ ਕੀ ਹੈ ਜਿਹੜਾ ਆਪਣੇ ਜਦੋਂ ਇੱਕ ਗਰਲ ਦੇ ਮੈਂਸਿਸ ਸਟਾਰਟ ਹੁੰਦੇ ਹੈ the one egg which she has to release every month, she stops releasing that egg. That egg doesn't grow to its proper size. It keeps on accumulating in her ovaries. ਉਹਦੀ ovaries 'ਚ accumulate ਹੁੰਦੇ ਰਹਿੰਦੇ ਹੈ. Hence we say polycystic ovarian. The look of ovaries becomes pearl-like. So the name polycystic ovarian syndrome or disease. ਸੋ ਫਿਰ ਜਦੋਂ ਇਹ ਓਵਰੀਜ਼ ਦਾ ਸਾਈਜ਼ ਬੜਾ ਹੋ ਜਾਂਦਾ ਹੈ ਉਹਦੇ 'ਚ ਇਹ ਐਗ ਇਕੱਠੇ ਹੋ ਜਾਂਦੇ ਹੈ। ਇਹਦੇ 'ਚੋਂ ਜਿਹੜੇ ਹਾਰਮੋਨਸ ਰਿਲੀਜ਼ ਹੁੰਦੇ ਆ ਉਹਦੇ 'ਚ ਰਾਦਰ ਦੈਨ ਈਸਟ੍ਰੋਜਨ which is a female hormone, they release more of estrone which gets converted into testosterone which is more of a male hormone right. So ਉਹਦੇ ਨਾਲ ਫਿਰ ਉਹੀ the all male features develop. Amenorrhea right, menses आना आदमियों ਦਾ नहीं है. Then hirsutism, male character. Obesity means you get broad and you get fatty. That is also a kind of male character. And then infertile, because obviously when you are not producing an egg, you get infertile. So basically a polycystic ovarian disease. You can say that this change of lifestyle, this change of eating habits, this all has led to this polycystic ovarian syndrome and disease.
ਡਾਕਟਰ ਸਾਹਿਬ ਇਹਦੇ ਵਿੱਚ ਕੋਈ ਯੂਟਰਸ ਦੇ ਵਿੱਚ ਜਾਂ ਫਿਰ ਓਵਰੀਜ਼ ਦੇ ਵਿੱਚ ਕੋਈ ਪਾਣੀ ਦੀਆਂ ਗਿਲਟਾਂ ਵੀ ਬਣ ਜਾਂਦੀਆਂ ਨੇ ਪੀਸੀਓਐਸ ਦੌਰਾਨ? ਹਾਂ, ਪੋਲੀਸਿਸਟਿਕ ਦਾ ਮਤਲਬ ਹੀ ਇਹੀ ਹੈ ਕਿ ਵੀ ਉਹ ਜਿਹੜੀ ਓਵਰੀ ਦੀ ਕਹਿ ਲਓ, ਜਦੋਂ ਆਪਾਂ ਅਲਟਰਾਸਾਊਂਡ ਕਰਦੇ ਹਾਂ ਓਵਰੀ 'ਚ ਛੋਟੇ ਛੋਟੇ ਤੁਸੀਂ ਕਹਿ ਸਕਦੇ ਹੋ ਮੋਤੀਆਂ ਵਰਗੇ, ਮਤਲਬ ਉਹ ਪਾਣੀ ਦੀਆਂ ਗੰਢਾਂ ਛੋਟੀਆਂ ਛੋਟੀਆਂ ਨਜ਼ਰ ਆਉਂਦੀਆਂ, ਉਸ ਕਰਕੇ ਇਹਦਾ ਨਾਮ ਆਪਾਂ ਪੋਲੀਸਿਸਟਿਕ ਓਵਰੀਜ਼ ਕਹਿੰਦੇ ਹਾਂ। ਸਿਸਟ ਦਾ ਮਤਲਬ ਹੁੰਦਾ ਕਿ ਪਾਣੀ ਦੀ ਇੱਕ ਛੋਟੀ ਜਿਹੀ ਗੰਢ, ਠੀਕ ਹੈ। ਸੋ ਇਹਦੇ 'ਚ ਬਹੁਤ ਸਾਰੀਆਂ ਓਵਰੀ 'ਚ ਇਕੱਠੀਆਂ ਹੋ ਜਾਂਦੀਆਂ। ਕੀ ਹੁੰਦਾ ਹੈ ਕਿ ਜਿਵੇਂ ਹੁਣ 15 ਤੋਂ 45 ਸਾਲ ਦੀ ਲੇਡੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਮਾਂ ਬਣਨ ਦੀ ਯੋਗ ਹੈ, ਰਿਪਰੋਡਕਟਿਵ ਏਜ ਉਹਨੂੰ ਕਿਹਾ ਜਾਂਦਾ ਹੈ, ਉਹਦੇ 'ਚ ਨੇਚਰ ਵੱਲੋਂ ਇਹ ਬਣਾਇਆ ਗਿਆ ਹੈ ਕਿ ਹਰ ਮਹੀਨੇ ਬੱਚੀ ਜਾਂ ਲੇਡੀ ਜਾਂ ਈਵਨ ਪ੍ਰੈਗਨੈਂਟ ਔਰ ਨਾਨ ਪ੍ਰੈਗਨੈਂਟ ਹਰ ਮਹੀਨੇ ਇੱਕ ਐਗ ਜਿਹੜਾ ਹੈਗਾ ਮੈਚਿਓਰ ਹੁੰਦਾ ਹੈ, ਇੱਕ ਆਪਣੇ ਸਾਈਜ਼ 'ਤੇ ਪਹੁੰਚਦਾ ਹੈ ਔਰ ਉਸ ਤੋਂ ਬਾਅਦ ਉਹ ਰਿਲੀਜ਼ ਹੁੰਦਾ ਹੈ। ਜੋ ਮੈਰਿਡ ਹੈ ਤਾਂ ਉਹ ਪ੍ਰੈਗਨੈਂਟ ਹੋ ਸਕਦੀ ਹੈ, ਜੇ ਅਨਮੈਰਿਡ ਹੈ ਉਹਨੂੰ ਮੈਂਸਿਸ ਆ ਜਾਣਗੇ, ਰਾਈਟ। ਅਤੇ ਲੇਕਿਨ ਜਦੋਂ ਇਹਦੇ 'ਚ ਕੀ ਹੁੰਦਾ ਹੈ ਕਿ ਉਹ ਐਗ ਜਿਹੜਾ ਹੈਗਾ ਆਪਣੇ ਪ੍ਰੋਪਰ ਸਾਈਜ਼ 'ਤੇ, ਉਹਦਾ ਜਿਹੜਾ ਸਾਈਜ਼ ਹੈ ਉਹ ਪ੍ਰੋਪਰ ਡਿਵੈਲਪ ਨਹੀਂ ਹੁੰਦਾ, ਬਣਦਾ ਨਹੀਂ ਅਤੇ ਉਹ ਰਿਲੀਜ਼ ਨਹੀਂ ਹੁੰਦਾ, ਉਹ ਓਵਰੀ 'ਚ ਹੀ ਰਹਿ ਜਾਂਦਾ। ਉਹ ਹਰ ਮਹੀਨੇ ਇੱਕ ਐਗ ਇਕੱਠਾ ਹੁੰਦਾ ਰਹਿੰਦਾ, ਇਕੱਠਾ ਹੁੰਦਾ ਰਹਿੰਦਾ, ਇਕੱਠਾ ਹੁੰਦਾ ਰਹਿੰਦਾ, ਤਾਂ ਮਲਟੀਪਲ ਉਹਦੇ 'ਚ ਐਗ ਇਕੱਠੇ ਹੋ ਜਾਂਦੇ ਹੈ। ਓਵਰੀ ਦਾ ਸਾਈਜ਼ ਵੱਡਾ ਹੋ ਜਾਂਦਾ ਹੈ, ਉਹ ਐਗ ਸਿਸਟ ਵਾਂਗੂ ਨਜ਼ਰ ਆਉਂਦੇ ਹੈ, ਤਾਂ ਉਹਦੇ ਨਾਲ ਫਿਰ ਇਹ ਜਿਹੜੇ ਸਾਰੇ ਹਾਰਮੋਨਸ ਹੈ ਉਹ ਬਦਲ ਜਾਂਦੇ ਹੈ, ਮੇਲ ਹਾਰਮੋਨਸ ਆ ਜਾਂਦੇ ਹੈ, ਤਾਂ ਉਸ ਬਦਲਾਵ ਕਰਕੇ ਇਹ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਜਿਹੜਾ ਹੈਗਾ ਉਹ ਸਿੰਡਰੋਮ ਜਾਂ ਡਿਜ਼ੀਜ਼ ਹੈ ਜਿਹੜੀ ਲੇਟਰ ਇਨ ਦਾ ਲਾਈਫ ਪ੍ਰੈਜ਼ੈਂਟ ਕਰਦੀ ਹੈ। ਮੈਮ ਇਹਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਕਈਆਂ ਨੂੰ ਤਾਂ ਪੀਰੀਅਡਸ ਬਿਲਕੁਲ ਹੀ ਨਹੀਂ ਆਉਂਦੇ ਹੈ ਲੜਕੀਆਂ ਨੂੰ, ਔਰ ਕਈਆਂ ਨੂੰ ਬਹੁਤ ਡਿਲੇਡ ਪੀਰੀਅਡਸ ਵੀ ਹੁੰਦੇ ਆ ਇਹਦੇ ਵਿੱਚ, ਲਾਈਕ 2 months ਡਿਲੇਡ ਪੀਰੀਅਡਸ ਵੀ ਆਉਂਦੇ ਨੇ ਇਹਦੇ ਵਿੱਚ। ਤਾਂ ਇਹਦਾ ਕੋਈ ਪਰਸੈਂਟੇਜ ਵੀ ਹੁੰਦਾ ਕਿ ਇੰਨੇ % PCOS ਹੈ, PCOD ਇਹਦੇ ਵਿੱਚ ਇਹ ਚੀਜ਼ ਵੀ ਹੁੰਦੀ ਹੈ? ਦੇਖੋ ਇਹਦੇ 'ਚ ਜਿਹੜਾ ਹੈਗਾ ਇਹ ਵੇਰੀਏਸ਼ਨ ਫਰੋਮ ਬਾਡੀ ਟੂ ਬਾਡੀ ਕਰਦੀ ਹੈ, ਰਾਈਟ। ਇਹ ਡਿਪੈਂਡ ਕਰੇਗਾ ਕਿ ਕਿਸ ਨੂੰ ਕਿੰਨੀ ਸਵੀਅਰ ਉਹ ਬਿਮਾਰੀ ਹੈ। ਜਿਹਦੇ 'ਚ ਉਹ ਬਿਮਾਰੀ ਦੀ ਸਵੇਅਰਿਟੀ ਜ਼ਿਆਦਾ ਹੋਏਗੀ, ਰਾਈਟ, ਉਹਦੇ 'ਚ ਇਹਦੇ ਜਿਹੜੇ ਮੈਂਸਿਸ ਦੀ ਡਿਲੇ ਹੈ ਉਹ ਉਨਾ ਹੀ ਜ਼ਿਆਦਾ ਹੋਏਗਾ। ਜਿਹਦੇ 'ਚ ਹਾਰਮੋਨਸ ਦੇ ਲੈਵਲ ਜਾਂ ਉਹਨਾਂ ਦੀ ਰੇਸ਼ੋ, ਦੋ ਤਰ੍ਹਾਂ ਦੇ ਆਪਣੇ ਹਾਰਮੋਨ ਹੁੰਦੇ ਆ, ਇੱਕ FSH ਹੁੰਦਾ, ਇੱਕ LH ਹੁੰਦਾ, ਜਿਨ੍ਹਾਂ 'ਚੋਂ ਰੇਸ਼ੋ ਥੋੜ੍ਹੀ ਜਿਹੀ ਹਜੇ ਬੈਲੈਂਸਡ ਹੈ, ਉਹਦੇ 'ਚ ਮੇ ਵੀ ਡਿਲੇਡ ਆ ਸਕਦੇ ਹੈ ਲੇਕਿਨ ਆਪਣੇ ਆਪ ਆ ਜਾਣਗੇ। ਜਿਨ੍ਹਾਂ 'ਚੋਂ ਹੋਰ ਥੋੜ੍ਹਾ ਜਿਹਾ ਇੰਬੈਲੈਂਸ ਹੋ ਗਿਆ, ਉਹਦੇ 'ਚ ਹੋ ਸਕਦਾ ਹੈ ਉਹ ਈਵਨ ਸਿਰਫ ਮੈਡੀਸਨ ਨਾਲ ਹੀ ਬਲੀਡਿੰਗ ਹੋਵੇ, ਅਦਰਵਾਈਜ਼ ਬਲੀਡਿੰਗ ਹੀ ਨਾ ਹੋਵੇ, ਉਹ ਬੱਚਾ ਜਾਂ ਲੇਡੀ ਉਹ ਐਮਿਨੋਰਿਕ ਹੀ ਰਵੇ, ਮਤਲਬ ਉਹਨੂੰ ਮੈਂਸਿਸ ਆਣ ਹੀ ਨਾ, ਠੀਕ ਹੈ। ਸੋ ਇਹ ਡਿਪੈਂਡ ਕਰੇਗਾ ਕਿ ਵੀ ਉਸ ਟਾਈਮ 'ਤੇ ਕਿੰਨੀ ਉਹਦੇ 'ਚ ਬਿਮਾਰੀ ਹੈ, ਬਿਮਾਰੀ ਦੀ ਮਾਤਰਾ ਕਿੰਨੀ ਹੈ। ਕਈ ਵਾਰ ਡਾਕਟਰ ਸਾਹਿਬ ਇਹ ਵੀ ਹੁੰਦਾ ਹੈ ਕਿ ਪੀਰੀਅਡਸ ਰੈਗੂਲਰ ਨੇ, ਪੀਰੀਅਡਸ ਆ ਰਹੇ ਹੈ, ਫਿਰ ਵੀ PCOS ਹੁੰਦਾ ਹੈ ਕਈ ਲੇਡੀਜ਼ ਨੂੰ, ਕਈ ਲੜਕੀਆਂ ਨੂੰ, ਤਾਂ ਉਹ ਕਿਸ ਤਰ੍ਹਾਂ ਪਛਾਣਿਆ ਜਾਵੇ, ਉਹਦੇ ਸਿੰਪਟਮਸ ਨੂੰ ਕਿਸ ਤਰ੍ਹਾਂ ਜਾਣਿਆ ਜਾਵੇ ਕਿ ਇਸ ਲੇਡੀ ਨੂੰ ਜਾਂ ਲੜਕੀ ਨੂੰ PCOS ਹੈ? ਦੇਖੋ, ਜੇ ਪੀਰੀਅਡਸ ਰੈਗੂਲਰ ਆ ਰਹੇ ਹੈ ਔਰ ਹੋਰ ਕੋਈ ਉਹ ਨਹੀਂ ਹੈ, ਫਿਰ ਉਹ ਕਈ ਵਾਰ ਬਾਈ ਚਾਂਸ ਫਾਈਂਡਿੰਗ ਔਨ ਅਲਟਰਾਸਾਊਂਡ ਹੋ ਸਕਦੀ ਹੈ, ਰਾਈਟ। ਉਹਦੇ 'ਚ ਹੋਏਗਾ ਕਿ ਓਵਰੀ ਦਾ ਸਾਈਜ਼ ਥੋੜ੍ਹਾ ਜਿਹਾ ਬੜਾ ਹੈ ਜਾਂ ਥੋੜ੍ਹਾ ਜਿਹਾ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਉਹਨੂੰ ਕਵਾਂਗੇ ਕਿ ਜਸਟ ਬਾਈ ਅਲਟਰਾਸਾਊਂਡ ਤੁਹਾਡੀ ਇੱਕ ਓਵਰੀ 'ਚ ਫਾਈਂਡਿੰਗ ਆ ਗਈ ਕਿ ਇਹਨੂੰ ਅਸੀਂ ਪੋਲੀਸਿਸਟਿਕ ਓਵੇਰੀਅਨ ਵੇਰੀਐਂਟ ਵੀ ਕਹਿੰਦੇ ਹਾਂ ਕਈ ਵਾਰ, ਠੀਕ ਹੈ, ਕਿ ਸਿੰਪਟਮ ਕੋਈ ਨਹੀਂ ਹੈ, ਨਾ ਤੁਹਾਨੂੰ ਮੈਂਸਿਸ ਡਿਲੇ ਹੋ ਕੇ ਆ ਰਹੇ ਹੈ, ਨਾ ਹੀ ਤੁਹਾਡਾ ਕੱਦ ਕਾਠ ਉੱਦਾਂ ਦਾ ਹੈ ਮੋਟਾਪੇ ਵੱਲ, ਨਾ ਹੀ ਕੋਈ ਹਿਰਸੂਟਿਜ਼ਮ ਹੈ। ਸੋ ਇਹਨੂੰ ਫਿਰ ਅਸੀਂ ਇਹਦੇ 'ਚ ਅਸੀਂ ਇਹ ਜਿਹੀ ਬੱਚੀਆਂ ਨੂੰ ਉਹਨਾਂ ਨੂੰ ਕਹਿੰਦੇ ਹਾਂ ਕਿ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ, ਅਸੀਂ ਕੋਈ ਮੈਡੀਸਨ ਵੀ ਨਹੀਂ ਸੁਜੈਸਟ ਕਰਦੇ। ਹਾਂ, ਉਹਨਾਂ ਨੂੰ ਇਹ ਜ਼ਰੂਰ ਕਹਿੰਦੇ ਹਾਂ ਕਿ ਇਹ ਚੀਜ਼ ਅੱਗੇ ਨਾ ਵਧੇ, ਇਸ ਲਈ ਤੁਸੀਂ ਆਪਣੀ ਹੈਲਥ ਨੂੰ ਤੁਸੀਂ ਕਿੱਦਾਂ ਧਿਆਨ ਰੱਖਣਾ ਹੈ। ਇੱਕ ਤੁਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਨੂੰ ਇਨਕਰੀਜ਼ ਕਰਨਾ ਹੈ, ਤੁਸੀਂ ਆਪਣਾ ਸਟ੍ਰੈਸ ਲੈਵਲ ਘਟਾਉਣਾ ਹੈ, ਔਰ ਤੁਸੀਂ ਆਪਣੀ ਡਾਈਟ 'ਚ ਆਪਣਾ ਜੰਕ ਫੂਡ ਨੂੰ ਜਿੰਨਾ ਕਰਬ ਕਰ ਸਕਦੇ ਹੋ ਓਨਾ ਕਰਨਾ ਹੈ। ਐਂਡ ਫਿਜ਼ੀਕਲ ਐਕਟੀਵਿਟੀ ਨੂੰ ਮਤਲਬ ਤੁਸੀਂ ਕਹਿ ਲਓ ਰੋਜ਼ ਦੇ ਘੰਟਾ ਜਾਂ 2 ਘੰਟੇ ਯੂ ਹੈਵ ਟੂ ਸਪੈਂਡ ਖੇਲਣ 'ਚ ਜਾਂ ਕੋਈ ਵੀ ਆਪਣਾ ਕੰਮ ਕਰਨ 'ਚ ਆਪਣੇ ਆਪ ਨੂੰ ਤੁਸੀਂ ਉੱਦਾਂ ਬਿਜ਼ੀ ਰੱਖਣਾ। ਇਹ ਤਾਂ ਤੁਸੀਂ ਅਨਮੈਰਿਡ ਲੜਕੀਆਂ ਦੀ ਗੱਲ ਦੱਸਤੀ। ਮੈਂ ਜਦੋਂ ਡਾਕਟਰ ਸਾਹਿਬ ਆਪਾਂ ਇੰਟਰਵਿਊ ਕਰਨਾ ਸੀ ਤਾਂ ਮੈਂ ਸਟੱਡੀ ਕਰ ਰਹੀ ਸੀ ਇਹਦੇ ਬਾਰੇ, ਤਾਂ ਮੈਂ ਇੱਕ ਕਮੈਂਟ ਮੈਨੂੰ ਇੱਕ ਲੇਡੀ ਦਾ ਮੈਂ ਪੜ੍ਹਿਆ, ਸ਼ੀ ਸੈਡ ਕਿ ਆਈ ਐਮ ਮੈਰਿਡ, ਆਈ ਐਮ ਗੈਟਿੰਗ ਰੈਗੂਲਰ ਪੀਰੀਅਡਸ, ਮੈਨੂੰ ਸਹੀ ਆ ਰਹੇ ਹੈ, ਪਰ ਮੈਂ ਪ੍ਰੈਗਨੈਂਟ ਨਹੀਂ ਹੋ ਰਹੀ। ਉਹ ਜਦੋਂ ਆਪਣੇ ਟੈਸਟ ਕਰਵਾਉਣ ਗਈ, ਸ਼ੀ ਟਰਾਈਡ ਫॉर 2 years, ਮਤਲਬ ਉਹਨਾਂ ਨੇ ਨੈਚੁਰਲੀ ਕੋਸ਼ਿਸ਼ ਕੀਤੀ ਕਨਸੀਵ ਕਰਨ ਦੀ, ਪਰ ਨਹੀਂ ਹੋਇਆ। ਔਰ ਜਦੋਂ ਉਹਨਾਂ ਨੇ ਆਪਣਾ ਅਲਟਰਾਸਾਊਂਡ ਕਰਵਾਇਆ ਯੂਟਰਸ ਦਾ, ਦੈਨ ਸ਼ੀ ਕੇਮ ਟੂ ਨੋ ਕਿ ਉਹ ਤਾਂ ਉਹਨਾਂ ਨੂੰ PCOD ਹੈ। ਇਸ ਤਰ੍ਹਾਂ ਦੇ ਵੀ ਕੇਸਿਸ ਹੁੰਦੇ ਆ। ਯੈਸ, ਦੈਟ ਇਜ਼ ਵਾਟ ਆਈ ਸੈਡ ਕਿ ਉਹਨਾਂ 'ਚ ਕੀ ਹੋਏਗਾ ਕਿ ਜਿਹੜਾ ਐਗ ਦਾ ਰਿਲੀਜ਼ ਹੈ, ਰਾਈਟ, ਉਹ ਪ੍ਰੋਪਰ ਟਾਈਮ 'ਤੇ ਨਹੀਂ ਹੋ ਰਿਹਾ।
ਕਈ ਵਾਰ ਕੀ ਹੁੰਦਾ ਪ੍ਰੈਗਨੈਂਟ ਨਾ ਹੋਣ ਦੇ ਪੋਲੀਸਿਸਟਿਕ ਦੇ ਜਿਵੇਂ ਮੈਂ ਕਿਹਾ ਵੇਰੀਐਂਟ ਹੁੰਦੇ ਆ, ਉਹਦੇ 'ਚ ਹੋ ਸਕਦਾ ਹੈ ਕਿ ਉਹਨਾਂ ਦਾ ਐਗ ਬਣ ਰਿਹਾ ਬਟ ਉਹਦਾ ਸਾਈਜ਼ ਪ੍ਰੋਪਰ ਨਹੀਂ ਬਣ ਰਿਹਾ, ਠੀਕ ਹੈ। ਉਹ ਰਿਲੀਜ਼ ਹੋ ਜਾਂਦਾ ਹੈ ਲੇਕਿਨ ਉਹ ਜਾਂ ਤਾਂ ਜਲਦੀ ਰਿਲੀਜ਼ ਹੋ ਜਾਂਦਾ ਹੈ ਜਾਂ ਲੇਟ ਰਿਲੀਜ਼ ਹੋ ਜਾਂਦਾ ਹੈ, ਕਿਉਂਕਿ ਐਗ ਦੀ ਕੁਆਲਿਟੀ ਜਿਵੇਂ ਆਪਾਂ ਕਹਿੰਦੇ ਹਾਂ ਕਿ ਧਰਤੀ 'ਚ ਜੇ ਅੱਛੀ ਫਸਲ ਉਗਾਉਣੀ ਹੈ ਤਾਂ ਬੀਜ ਦਾ ਜਿਹੜਾ ਪ੍ਰੋਪਰ ਹੋਣਾ ਬਹੁਤ ਜ਼ਰੂਰੀ ਹੈ, ਉੱਦਾਂ ਹੀ ਇੱਕ ਪ੍ਰੈਗਨੈਂਟ ਹੋਣ ਲਈ ਜਾਂ ਪ੍ਰੈਗਨੈਂਟ ਨੂੰ ਪੂਰ ਚੜ੍ਹਨ ਲਈ ਉਸ ਐਗ ਦੀ ਕੁਆਲਿਟੀ ਬਹੁਤ ਇੰਪੋਰਟੈਂਟ ਹੈ। ਜੇ ਐਗ ਪ੍ਰੀ ਮੈਚੋਰਲੀ ਜਾਂ ਤਾਂ ਨਿਕਲ ਜਾਏਗਾ ਓਵਰੀ 'ਚੋਂ ਜਾਂ ਉਹ ਡਿਲੇਡ ਨਿਕਲੇਗਾ ਤਾਂ ਉਹ ਐਗ ਦੀ ਕੁਆਲਿਟੀ ਅੱਛੀ ਨਹੀਂ ਹੋਏਗੀ, ਤਾਂ ਇਨਸਪਾਈਟ ਆਫ ਐਵਰੀ ਐਫਰਟ ਉਹ ਪ੍ਰੈਗਨੈਂਟ ਨਹੀਂ ਹੋਏਗੀ, ਮੇਬੀ ਉਹਨੂੰ ਮੈਂਸਿਸ ਰੈਗੂਲਰ ਆ ਰਹੇ ਹੋਣਗੇ, ਰਾਈਟ। ਪੋਲੀਸਿਸਟਿਕ 'ਚ ਹੋਰ ਕੀ ਹੋ ਜਾਂਦਾ ਹੈ ਕਿ ਜਿਹੜੀ ਤੁਹਾਡੀ ਐਂਡੋਮੀਟਰੀਅਮ ਹੈ, ਜਿਹਨੂੰ ਤੁਸੀਂ ਕਹੋਗੇ ਕਿ ਯੂਟਰਸ ਦੇ ਅੰਦਰ ਜਿਹੜੀ ਲੇਅਰ ਹੈ ਜਿਸ 'ਤੇ ਬੱਚੇ ਨੇ ਜੜ ਲੈਣੀ ਹੈ, ਉਹਦੀ ਕੁਆਲਿਟੀ ਵੀ ਪੂਅਰ ਔਰ ਵੀਕ ਹੋ ਜਾਂਦੀ ਹੈ। ਸੋ ਚਾਹੇ ਤੁਹਾਡਾ ਐਗ ਰਿਲੀਜ਼ ਵੀ ਹੋ ਰਿਹਾ ਹੈ, ਠੀਕ ਹੈ, ਤੁਹਾਨੂੰ ਮੈਂਸਿਸ ਰੈਗੂਲਰ ਵੀ ਆ ਰਹੇ ਹੈ, ਬਟ ਜੇ ਤੁਹਾਡੇ ਹਾਰਮੋਨਸ ਦਾ ਬੈਲੈਂਸ ਸਹੀ ਨਹੀਂ ਹੈ ਤਾਂ ਉਹ ਐਗ ਆਪਣੀ ਜਗ੍ਹਾ ਜਾਂ ਆਪਣੀ ਜੜ ਨਹੀਂ ਪਕੜ ਪਾਏਗਾ, ਸੋ ਤੁਸੀਂ ਪ੍ਰੈਗਨੈਂਟ ਨਹੀਂ ਹੋ ਪਾਓਗੇ, ਠੀਕ ਹੈ। ਮੇਬੀ ਉਹ ਪੋਲੀਸਿਸਟਿਕ ਵੇਰੀਐਂਟ ਹੋਏਗਾ, ਪੋਲੀਸਿਸਟਿਕ ਓਵੇਰੀਅਨ ਵੇਰੀਐਂਟ ਡਿਜ਼ੀਜ਼ ਹੁੰਦੀ ਹੈ ਰਾਦਰ ਦੈਨ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ, ਕਿਉਂਕਿ ਜਿਹਦੇ 'ਚ ਸਿੰਡਰੋਮ ਹੈ ਉਹਦੇ 'ਚ ਐਮੀਨੋਰੀਆ ਤਾਂ ਡੈਫੀਨੇਟਲੀ ਉਹਦੇ ਇਰੈਗੂਲਰ ਮੈਂਸਿਸ ਹੋਣਗੇ ਹੀ ਹੋਣਗੇ। ਡਾਕਟਰ ਸਾਹਿਬ, ਇਹ ਤਾਂ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਕਿ ਕੀ ਚੇਂਜਿਸ ਹੁੰਦੇ ਨੇ ਯੂਟਰਸ ਦੇ ਵਿੱਚ ਜਾਂ ਓਵਰੀਜ਼ ਦੇ ਵਿੱਚ, ਇਸ ਤੋਂ ਇਲਾਵਾ ਵੀ ਅਸੀਂ ਦੇਖਿਆ ਕਿ ਬਹੁਤ ਮੈਂਟਲ ਉਹਨਾਂ ਨੂੰ ਟਰਾਮਾ ਹੋ ਜਾਂਦਾ ਹੈ, ਕਈ ਲੇਡੀਜ਼ ਨੂੰ ਬਹੁਤ ਛੇਤੀ ਉਹ ਫੈਟੀਗ ਹੋਣ ਲੱਗ ਜਾਂਦੀਆਂ ਨੇ, ਔਰ ਬਹੁਤ ਹੋਰ ਵੀ ਮਤਲਬ ਜਿਹੜੀ ਉਹਨਾਂ ਦੀ ਸਕਿਨ ਹੈ ਉਹ ਬਹੁਤ ਜ਼ਿਆਦਾ ਪ੍ਰੋਨ ਹੋ ਜਾਂਦੀ ਹੈ, ਸਕਿਨ 'ਤੇ ਵੀ ਫੇਸ 'ਤੇ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਉਸ ਚੀਜ਼ ਦੇ ਜਿਹੜੇ ਬੈਡ ਰਿਜ਼ਲਟਸ ਹੁੰਦੇ ਨੇ। ਤਾਂ ਇਸ ਨੂੰ ਮਤਲਬ ਇਹਦੇ ਤੋਂ ਓਵਰਕਮ ਕਿਵੇਂ ਹੋਇਆ ਜਾਵੇ, ਜੇ ਆਪਾਂ ਇਹਦੀ ਟਰੀਟਮੈਂਟ ਦੀ ਗੱਲ ਕਰੀਏ ਤਾਂ, ਔਰ ਇਸ ਨੂੰ ਟਰੀਟ ਕੀਤਾ ਜਾਵੇ ਕਿਸ ਤਰ੍ਹਾਂ ਕੀਤਾ ਜਾਵੇ, ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਮੈਡੀਸਨਸ ਦੇ ਨਾਲ ਇਹਦਾ ਕੋਈ ਜ਼ਿਆਦਾ ਇਲਾਜ ਨਹੀਂ ਹੈਗਾ। ਨਹੀਂ, ਇਸ 'ਤੇ ਮੈਂ ਤੁਹਾਡੇ ਨਾਲ ਡਿਸਐਗਰੀ ਕਰੂੰਗੀ। ਦੇਖੋ, ਇਹਨੂੰ ਟਰੀਟ ਕਰਨਾ ਅਦਰਵਾਈਜ਼ ਜੇ ਆਪਾਂ ਦੇਖਿਆ ਜਾਵੇ ਬਹੁਤ ਈਜ਼ੀ ਹੈ, ਠੀਕ ਹੈ, ਕੁਛ ਨਹੀਂ ਹੈ, ਥੋੜਾ ਲਾਈਫ ਸਟਾਈਲ ਚੇਂਜਿਸ ਹੈ, ਰਾਈਟ। ਇਹਦਾ ਟੂ ਬੀ ਵੈਰੀ ਫਰੈਂਕ ਮੈਂ ਡਰਾ ਨਹੀਂ ਰਹੀ, ਲੇਕਿਨ ਇਹਦਾ ਐਜ਼ ਸੱਚ ਪਰਮਾਨੈਂਟ ਸੋਲਿਊਸ਼ਨ ਬਹੁਤ ਜ਼ਿਆਦਾ ਨਹੀਂ ਹੈ। ਇੱਕ ਵਾਰ ਹੋ ਗਿਆ ਤਾਂ ਕੋਈ ਗੱਲ ਨਹੀਂ, ਪਰ ਡਰਨ ਦੀ ਕੋਈ ਗੱਲ ਨਹੀਂ ਹੈ। ਮੈਂ ਇਹਦੇ 'ਚ ਪੇਸ਼ੈਂਟਸ ਨੂੰ ਇੱਦਾਂ ਹੀ ਮੋਟੀਵੇਟ ਕਰਦੀ ਹੁੰਦੀ ਹਾਂ। ਦੇਖੋ, ਇੱਕ ਤਾਂ ਨੰਬਰ 1 ਹੈ, ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਜਿਹੜੀ ਫਿਜ਼ੀਕਲ ਐਕਟੀਵਿਟੀ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ ਕਿ ਬੱਚਾ ਖੇਲ ਕੇ ਹੀ ਬੜਾ ਹੋਣਾ ਚਾਹੀਦਾ, ਖੇਲਦੇ ਹੋਏ ਹੀ ਬੜਾ ਹੋਣਾ ਚਾਹੀਦਾ, ਉਹ ਹੁਣ ਫਿਜ਼ੀਕਲ ਐਕਟੀਵਿਟੀ ਬਹੁਤ ਇੰਪੋਰਟੈਂਟ ਹੈ। ਪਿੱਛੇ ਆਪਣੇ ਸਮਾਜ ਸਪੈਸ਼ਲੀ ਗਰਲ ਚਾਈਲਡਸ ਨੂੰ ਉਹਨਾਂ ਦੀ ਪ੍ਰੋਟੈਕਸ਼ਨ ਲਈ ਪ੍ਰੋਟੈਕਸ਼ਨ ਇਸ਼ੂਜ਼ ਸੀਗੇ, ਠੀਕ ਹੈ, ਉਹ ਬਸਤੀਆਂ ਦਾ ਕਲਚਰ ਕਿ ਲੇਡੀਜ਼ ਬਾਹਰ ਬੈਠੀਆਂ ਉਹ ਘਟ ਗਿਆ, ਤਾਂ ਉਹ ਬੱਚੀਆਂ ਨੂੰ ਬਾਹਰ ਜਾਣਾ ਉਹਨਾਂ ਨੇ ਬੰਦ ਕਰ ਦਿੱਤਾ ਇੱਕ ਪ੍ਰੋਟੈਕਸ਼ਨ ਲਈ। ਲੇਕਿਨ ਇਹਦੇ 'ਚ ਉਹ ਪ੍ਰੋਟੈਕਸ਼ਨ ਵੀ ਯੈਸ ਇੰਪੋਰਟੈਂਟ ਹੈ, ਲੇਕਿਨ ਇਹਦੇ 'ਚ ਮੈਂ ਫਿਰ ਮਾਵਾਂ ਨੂੰ ਇੱਦਾਂ ਹੀ ਮੋਟੀਵੇਟ ਕਰੂੰਗੀ ਕਿ ਉਹ ਚਾਹੇ ਉਹਨਾਂ ਦੇ ਨਾਲ ਜਾਣ, ਠੀਕ ਹੈ, ਉਹਨਾਂ ਨੂੰ ਕਿਤੇ ਵੀ ਖੇਲਣ ਲਈ ਲੈ ਕੇ ਜਾਣ ਜਾਂ ਉਹਨਾਂ ਨੂੰ ਕਿਸੇ ਅਕੈਡਮੀ 'ਚ ਖੇਡਾਂ 'ਚ ਪਾਉਣ, ਜੇ ਹੋਰ ਨਹੀਂ ਕੁਛ ਤਾਂ ਘਰ ਦੇ ਕੰਮ 'ਚ ਜਿੱਥੇ ਉਹਨਾਂ ਦੇ ਸਰੀਰ ਦੀ ਥੋੜ੍ਹੀ ਜਿਹੀ ਹਲਚਲ ਹੋਵੇ, ਐਕਸਰਸਾਈਜ਼ ਹੋਵੇ, ਹੈਵੀ ਵਰਕ ਮਤਲਬ ਯੂ ਕੈਨ ਸੇ ਕਿ ਜਿਵੇਂ ਪੋਚਾ ਲਗਾ ਰਹੇ ਹੈ ਜਾਂ ਕੁਛ ਵੀ ਜਿੱਥੇ ਹੈ, ਜਿੱਥੇ ਇਹ ਚੀਜ਼ਾਂ ਨਹੀਂ ਪੋਸੀਬਲ ਉੱਥੇ ਮਤਲਬ ਉਹਨਾਂ ਨੂੰ ਕਿਤੇ ਖੇਡਣ 'ਚ ਉਹਨਾਂ ਨੂੰ ਕਰਾਇਆ ਜਾਵੇ। ਹੋਰ ਨਹੀਂ ਤਾਂ ਕੁਛ ਫਿਰ ਮਾਵਾਂ ਨਾਲ ਉਹਨਾਂ ਦੇ ਸੈਰ ਕਰਨ ਜਾਣ, ਉਹਨਾਂ ਨੂੰ ਸਾਈਕਲਿੰਗ ਕਰਾਉਣ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਫਿਜ਼ੀਕਲ ਐਕਟੀਵਿਟੀ ਨੂੰ ਉਹਨਾਂ ਦੀ ਡੇ ਟੂ ਡੇ ਰੂਟੀਨ 'ਚ ਐਡ ਕਰਨਾ ਪਏਗਾ, ਜੇ ਰੋਜ਼ ਨਹੀਂ ਤਾਂ 5 ਦਿਨ ਹਫਤੇ 'ਚ ਬਹੁਤ ਜ਼ਰੂਰੀ ਹੈ, ਰਾਈਟ। ਨੰਬਰ 2 ਉਹਨਾਂ ਦੀ ਫੂਡ ਹੈਬਿਟਸ ਨੂੰ ਮਤਲਬ ਬੱਚੇ ਨੂੰ, ਠੀਕ ਹੈ, ਆਪਾਂ ਇੱਦਾਂ ਵੀ ਨਹੀਂ ਕਹਿ ਸਕਦੇ ਕਿ ਬਿਲਕੁਲ ਨਹੀਂ ਖਾਣਾ, ਉਹਨਾਂ ਨੂੰ ਸਜ਼ਾ ਨਹੀਂ ਦੇਣੀ, ਲੇਕਿਨ ਠੀਕ ਹੈ ਹਫਤੇ 'ਚ ਜਾਂ ਹਫਤੇ 'ਚ ਇੱਕ ਵਾਰ ਜਾਂ 2 ਵਾਰ ਉਹਨਾਂ ਦੇ ਮਨ ਦਾ ਵੀ ਉਹ ਖਾ ਸਕਦੇ ਹੈ, ਲੇਕਿਨ ਰੂਟੀਨ 'ਚ ਉਹਨਾਂ ਦੇ ਫੂਡਸ ਜਿਹੜਾ ਹੈਗਾ ਬੈਲੈਂਸ ਡਾਈਟ ਹੋਣੀ ਚਾਹੀਦੀ ਹੈ, ਉਹਦੇ 'ਚ ਫਲ ਫਰੂਟ ਹਰੀਆਂ ਸਬਜ਼ੀਆਂ ਦੁੱਧ ਦਹੀਂ ਹਰ ਚੀਜ਼ ਇਨਕਲੂਡ ਹੋਣੀ ਚਾਹੀਦੀ ਹੈ। ਉਹਨਾਂ ਦੀ ਡਾਈਟ ਨੂੰ ਪੂਰਾ ਖਿਆਲ ਰੱਖਣਾ ਚਾਹੀਦਾ ਹੈ, ਉਹਨਾਂ ਦੇ ਹੀਮੋਗਲੋਬਿਨ ਨੂੰ ਪੂਰਾ ਰੱਖਣਾ ਚਾਹੀਦਾ ਹੈ ਬੱਚੀਆਂ ਦੇ, ਠੀਕ ਹੈ, ਇਹ ਉਹਨਾਂ ਦਾ ਹੈ। ਤੀਜਾ ਹੋ ਗਿਆ ਮੈਂਟਲ ਸਟ੍ਰੈਸ, ਜਿਹੜਾ ਸਟ੍ਰੈਸ ਲੈਵਲ ਹੈ ਉਹਨੂੰ ਦੇਖੋ ਬੱਚਿਆਂ ਨੂੰ ਅੱਜ ਕੱਲ੍ਹ, ਠੀਕ ਹੈ, ਪੇਰੈਂਟਸ ਚਾਹੁੰਦੇ ਹੈ ਕਿ ਬੱਚੇ ਪੜ੍ਹਨ ਲਿਖਣ ਅੱਗੇ ਬਣਨ, ਕੰਪੀਟੀਸ਼ਨ ਦਾ ਜ਼ਮਾਨਾ ਹੋ ਗਿਆ, ਹਰ ਪੇਰੈਂਟਸ ਨੂੰ ਇੱਦਾਂ ਲੱਗਦਾ ਕਿ ਮੇਰਾ ਬੱਚਾ ਫਸਟ ਆਵੇ, ਲੇਕਿਨ ਹਰ ਬੱਚਾ ਫਸਟ ਨਹੀਂ ਆ ਸਕਦਾ। ਹਰ ਬੱਚੇ ਦੀ ਆਪਣੀ ਉਹ ਕਹਿੰਦੇ ਆ ਸਲੋ ਜਾਂ ਫਾਸਟ, ਹਰ ਬੱਚੇ ਨੇ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਜਾਣਾ ਹੈ। ਰੱਬ ਨੇ ਉਹਨਾਂ ਨੂੰ ਇੱਦਾਂ ਬਣਾਇਆ ਹੈ, ਕੋਈ ਬੱਚਾ ਸਲੋ ਚੱਲੇਗਾ ਕੋਈ ਫਾਸਟ ਚੱਲੇਗਾ, ਲੇਕਿਨ ਉਹਨੇ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਹੀ ਜਾਣਾ ਟਿਲ ਉਹ ਇੱਕ ਆਪਣੀ ਸਟੱਡੀਜ਼ ਨੂੰ ਸੀਰੀਅਸਲੀ ਕਰ ਰਹੇ ਹੈ, ਠੀਕ ਹੈ, ਉਹ ਅੱਛੀ ਤਰ੍ਹਾਂ ਕਰ ਰਹੇ ਹੈ, ਇਹ ਇੰਪੋਰਟੈਂਟ ਹੈ।
ਸੋ ਉਹਨਾਂ ਨੂੰ ਹਜੇ ਛੋਟੀਆਂ ਕਲਾਸਾਂ 'ਤੇ ਹੀ ਇੰਨਾ ਸਟ੍ਰੈਸ ਨਾ ਦਿਓ ਕਿਉਂਕਿ ਮੈਂਸਿਸ ਮੋਸਟਲੀ 14-15 ਸਾਲ 'ਤੇ ਸਟਾਰਟ ਹੋ ਜਾਂਦੇ ਆ ਅਤੇ ਉਦੋਂ ਤੱਕ ਬੱਚਾ ਹਜੇ 8th 9th ਕਲਾਸ 'ਚ ਹੁੰਦਾ ਅਤੇ ਉਦੋਂ ਤੱਕ ਇੰਨੀ ਕੋਈ ਪੜ੍ਹਾਈ ਦਾ ਇੰਨੇ ਸਟ੍ਰੈਸ ਵਾਲੀ ਗੱਲ ਨਹੀਂ ਹੁੰਦੀ ਕਿ ਬੱਚਿਆਂ ਨੂੰ ਇੱਦਾਂ ਤੁੰਨ ਕੇ ਹੀ ਬਿਠਾ ਦਿੱਤਾ ਜਾਵੇ ਕਿ ਨਹੀਂ ਜੀ ਪੜ੍ਹੋ 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 ਪੜ੍ਹੋ। ਉਹ ਜਿਹੜਾ ਸਟ੍ਰੈਸ ਹੈ ਉਹ ਪੇਰੈਂਟਸ ਨੂੰ ਨਹੀਂ ਦੇਣਾ ਚਾਹੀਦਾ। ਦੈਨ ਅਗਰ ਬਾਈ ਚਾਂਸ ਕਿਸੇ ਨੂੰ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੋ ਗਈ ਤਾਂ ਇਹ 3 ਚੀਜ਼ਾਂ ਤਾਂ ਉਹਨਾਂ ਨੇ ਕਰਨੀਆਂ ਹੀ ਕਰਨੀਆਂ ਉਹ ਆਪਣਾ ਮੈਡੀਟੇਸ਼ਨ ਜਾਂ ਯੋਗਾ ਵੀ ਕਰ ਸਕਦੇ ਆ ਆਪਣੇ ਸਟ੍ਰੈਸ ਲੈਵਲ ਨੂੰ ਘਟਾਉਣ ਲਈ। ਦੈਨ ਕਮਸ ਦ ਰੋਲ ਆਫ ਮੈਡੀਸਨ ਜਿਹੜੀ ਇਹਦੇ 'ਚ ਇੱਕ ਹੈ, ਦੇਖੋ ਬਹੁਤ ਸਿੰਪਲ ਹੈ। ਪੇਰੈਂਟਸ ਨੂੰ ਅਸਲ 'ਚ ਮੈਡੀਸਨ ਦੀ ਐਪਰੀਹੈਂਸ਼ਨ ਹੋ ਜਾਂਦੀ ਹੈ ਕਿ ਮੇਬੀ ਇਹਨਾਂ ਦੇ ਸਾਈਡ ਇਫੈਕਟਸ ਹੋਣਗੇ, ਰਾਈਟ। ਬੱਚੀਆਂ ਨੂੰ ਕੋਈ ਅੱਗੇ ਜਾ ਕੇ ਨੁਕਸਾਨ ਨਾ ਹੋਵੇ, ਇਹਨਾਂ ਦਾ ਵਿਆਹ ਵੀ ਕਰਨਾ ਹੈ, ਰਾਈਟ। ਇਹਨਾਂ ਨੇ ਅੱਗੇ ਬੱਚੇ ਵੀ ਪੈਦਾ ਕਰਨੇ ਹੈ ਅਤੇ ਮੈਡੀਸਨ ਨਾਲ ਇੱਦਾਂ ਨਾ ਹੋਵੇ ਕਿ ਉੱਦਾਂ ਹੋ ਜਾਏ। ਦੇਖੋ ਮੈਡੀਸਨ ਨਾਲ, ਅੱਛਾ ਜਿਹੜੀ ਇਹ ਮੈਡੀਸਨ ਹੈ ਇਹਦੇ 'ਚ ਵੀ ਹਾਰਮੋਨਸ, PCOS ਦੀ ਮੈਡੀਸਨ 'ਤੇ ਜੀ ਆਪਾਂ ਗੱਲ ਯੈਸ। ਪੋਲੀਸਿਸਟਿਕ ਓਵੇਰੀਅਨ ਦੀ ਮੈਡੀਸਨ ਕੀ ਹੈ? ਦੇਖੋ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਇਟ ਇਜ਼ ਅ ਹਾਰਮੋਨਲ ਬੈਲੈਂਸ, ਰਾਈਟ। ਹਾਰਮੋਨਲ ਇੰਬੈਲੈਂਸ ਨੂੰ ਸੈੱਟ ਕਰਨ ਲਈ ਸਾਨੂੰ ਹਾਰਮੋਨਸ ਹੀ ਲੈਣੇ ਪੈਣਗੇ ਕਿਉਂਕਿ ਜਿਹੜਾ ਹਾਰਮੋਨਸ ਦਾ ਬੈਲੈਂਸ ਪ੍ਰੋਪਰ ਨਹੀਂ ਹੈ, ਉਹਦੇ 'ਚ ਜਿਹੜਾ ਹਾਰਮੋਨਸ ਘੱਟ ਹੈ ਜਾਂ ਜਿਹੜਾ ਹਾਰਮੋਨ ਵੱਧ ਹੈ ਉਹਨੂੰ ਬੈਲੈਂਸ ਕਰਨ ਲਈ ਸਾਨੂੰ ਲੈਣੇ ਤਾਂ ਹਾਰਮੋਨ ਹੀ ਪੈਣਗੇ ਤਾਂ ਕਿ ਉਹਨਾਂ ਦਾ ਬੈਲੈਂਸ ਇੱਕ ਤਰ੍ਹਾਂ ਦਾ ਹੋ ਜਾਏ। ਲੇਕਿਨ ਹੁਣ ਹਾਰਮੋਨਸ ਦਾ ਆਪਣੇ ਸਮਾਜ 'ਚ ਇੱਕ ਸ਼ੁਰੂ ਤੋਂ ਹੀ ਜਿਵੇਂ ਓਰਲ ਕੰਟਰਾਸੈਪਟਿਵ ਸੀਗੇ, ਬਹੁਤ ਜ਼ਿਆਦਾ ਐਕਸੈਪਟੈਂਸ ਨਹੀਂ ਰਹੀ ਬਿਕੋਜ਼ ਉਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹਦੇ ਨਾਲ ਵੇਟ ਗੇਨ ਹੋ ਜਾਏਗਾ, ਮੁੜ ਕੇ ਬੱਚਾ ਨਹੀਂ ਹੋ ਪਾਏਗਾ। ਸੋ ਇੱਦਾਂ ਦੇ ਜਿਹੜੇ ਉਹਨਾਂ ਨੇ ਹੌਲੀ ਹੌਲੀ ਬਲੱਡ ਪ੍ਰੈਸ਼ਰ ਹੋ ਜਾਏਗਾ, ਸ਼ੂਗਰ ਹੋ ਜਾਏਗੀ, ਇੱਦਾਂ ਦੀਆਂ ਕੁਛ ਉਹਨਾਂ ਨੂੰ ਥੋੜ੍ਹੇ ਦੱਸਿਆ ਗਿਆ ਤਾਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਆਪਣੇ ਮਨ 'ਚ ਇੱਕ ਗਲਤ ਭ੍ਰਾਂਤੀ ਪਰਸੈਪਸ਼ਨ ਬਣਾ ਲਈ। ਸੋ ਜਿਹੜਾ ਪਰਸੈਪਸ਼ਨ ਬਣਿਆ ਹੋਇਆ ਹੈ ਲੋਕਾਂ ਵਿੱਚ ਕਿ ਇਹ ਜਿਹੜੀਆਂ ਮੈਡੀਸਨ ਹੈ ਮੇਬੀ ਇਹਦੇ ਕੋਈ ਸਾਈਡ ਇਫੈਕਟ ਹੈ, ਉਹਦੇ ਨਾਲ ਸ਼ਾਇਦ ਇਹ ਬਿਮਾਰੀ ਨਾਲੋਂ ਜ਼ਿਆਦਾ ਜਿਹੜੀ ਮੈਡੀਸਨ ਹੈ ਉਹ ਜ਼ਿਆਦਾ ਨੁਕਸਾਨ ਕਰੇਗੀ। ਬਟ ਮੈਂ ਇੱਥੇ ਲੋਕਾਂ ਨੂੰ ਇਹ ਅਵੇਅਰ ਕਰਨਾ ਚਾਹੂੰਗੀ ਕਿ ਜਿਵੇਂ ਆਪਾਂ ਖਾਣਾ ਹੈ 3 ਟਾਈਮ ਦਿਨ 'ਚ ਖਾਂਦੇ ਹਾਂ ਬਿਕੋਜ਼ ਰੱਬ ਨੇ ਇੱਦਾਂ ਦਾ ਕੋਈ ਸਿਸਟਮ ਨਹੀਂ ਬਣਾਇਆ ਜਿਵੇਂ ਪੌਦੇ ਆਪਣਾ ਖਾਣਾ ਖੁਦ ਪ੍ਰੀਪੇਅਰ ਕਰ ਲੈਂਦੇ ਆ ਅਤੇ ਉਹਨਾਂ ਨੂੰ ਕਿਤੇ ਜਾਣਾ ਨਹੀਂ ਪੈਂਦਾ, ਪਰ ਆਪਾਂ ਨੂੰ ਖਾਣਾ ਪੈਂਦਾ। ਸੋ ਜਿਵੇਂ ਆਪਣੀ ਬਾਡੀ ਜੋ ਕਮੀ ਹੈ ਉਸ ਨੂੰ ਪੂਰਾ ਕਰਨ ਲਈ ਜਿਹੜੀ ਮੈਡੀਸਨ ਬਣਾਈ ਗਈ ਹੈ ਉਹ ਮੈਡੀਸਨ ਨੂੰ ਲੈਣ ਨਾਲ ਆਪਣਾ ਕੋਈ ਨੁਕਸਾਨ ਨਹੀਂ ਹੋਏਗਾ। ਸੋ ਜਿਵੇਂ ਵੀ ਤੁਸੀਂ ਜਿਹੜੇ ਡਾਕਟਰ ਕੋਲ ਜਾਂਦੇ ਹੋ ਉਹ ਗਾਈਡ ਕਰਦਾ। ਮੈਂ ਇਹੀ ਤੁਹਾਨੂੰ ਸਭ ਨੂੰ ਸੁਜੈਸਟ ਕਰੂੰਗੀ ਜਾਂ ਰਿਕੁਐਸਟ ਕਰੂੰਗੀ ਕਿ ਵੀ ਤੁਸੀਂ ਉਹ ਮੈਡੀਸਨ ਨੂੰ ਜਿਵੇਂ ਉਹ ਦੱਸਦੇ ਆ ਜ਼ਰੂਰ ਲਓ। ਦੇਖੋ ਮੈਡੀਸਨ ਦੇ ਸਾਈਡ ਇਫੈਕਟਸ ਉਦੋਂ ਆਉਂਦੇ ਆ ਜਦੋਂ ਸਾਨੂੰ ਬਹੁਤ ਲੰਬੇ ਟਾਈਮ ਲਈ ਉਹਨਾਂ ਨੂੰ ਲੈਣਾ ਪਵੇ ਜਾਂ ਮਤਲਬ ਕੋਈ ਇੱਕ ਅੱਧਾ ਹੋਏਗਾ ਕਿ ਜਿਹੜਾ ਐਲਰਜਿਕ ਹੋਏਗਾ ਉਸ ਮੈਡੀਸਨ ਨੂੰ, ਰਾਈਟ। ਉਹ ਫਿਰ ਜਿਵੇਂ ਹੀ ਆਪਾਂ ਨੂੰ ਕੋਈ ਇੱਦਾਂ ਦਾ ਬੱਚਾ ਜਾਂ ਕੋਈ ਵੀ ਲੇਡੀ ਆਏਗੀ ਤਾਂ ਉਹਦੀ ਮੈਡੀਸਨ ਚੇਂਜ ਹੋ ਸਕਦੀ ਹੈ, ਰਾਈਟ। ਸੋ ਲੇਕਿਨ ਉਹਨੂੰ ਆਪਾਂ ਸੋਚ ਕੇ ਕਿ ਬੇਸਿਕਲੀ ਕੀ ਹੁੰਦਾ ਹੈ ਕਿ ਵੀ ਆਪਾਂ ਜਦੋਂ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਹਾਂ ਤਾਂ ਉਹ ਕਹਿ ਦਿੰਦੇ ਆ ਕਿ ਮੈਂ ਇੱਦਾਂ ਲਿੱਤਾ ਸੀ, ਮੈਨੂੰ ਇੱਦਾਂ ਹੋ ਗਿਆ। ਦੇਖੋ ਮੈਡੀਕਲ ਫੀਲਡ ਇੱਕ ਇੱਦਾਂ ਦਾ ਫੀਲਡ ਹੈ ਜਾਂ ਆਪਣੇ ਸਭ ਦਾ ਸਰੀਰ ਆਪਣਾ ਹੁੰਦਾ ਹੈ, ਉਹਦੇ ਜੇ ਕਿਸੇ ਨਾਲ ਕੁਝ ਹੋ ਗਿਆ ਉਹਦਾ ਮਤਲਬ ਇਹ ਨਹੀਂ ਹੈ ਕਿ ਵੀ ਸਾਡੇ ਨਾਲ ਵੀ ਉਹੀ ਕੁਝ ਹੋਣ ਵਾਲਾ ਹੈ। ਅਤੇ ਅੰਟਿਲ ਅਨਲੈਸ ਅਸੀਂ ਕੋਈ ਡਿਜ਼ੀਜ਼ ਨੂੰ ਪ੍ਰੋਪਰਲੀ ਟਰੀਟ ਹੀ ਨਹੀਂ ਕਰਾਵਾਂਗੇ ਔਰ ਫਿਰ ਉਹਦੇ ਨਾਲ ਕੀ ਹੋਏਗਾ ਕਿ ਜਿਹੜਾ ਪੋਲੀਸਿਸਟਿਕ ਓਵਰੀਜ਼ ਹੈ ਜਿਵੇਂ ਡਿਜ਼ੀਜ਼ ਵਧੀ ਜਾਏਗੀ ਉਵੇਂ ਉਵੇਂ ਮੈਡੀਸਨ ਦੀ ਅਮਾਊਂਟ ਵੀ ਵਧੀ ਜਾਏਗੀ, ਕੁਆਂਟਿਟੀ ਵੀ ਵਧੀ ਜਾਏਗੀ ਔਰ ਉਹਨੂੰ ਟਰੀਟ ਕਰਨਾ ਓਨਾ ਹੀ ਡਿਫਿਕਲਟ ਹੁੰਦਾ ਜਾਏਗਾ। ਠੀਕ ਹੈ। ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਬੱਚਿਆਂ 'ਚ ਮਤਲਬ ਥੋੜ੍ਹਾ ਜਿਹਾ ਨੈਗੇਟਿਵ ਉਹ ਆ ਜਾਂਦਾ ਹੈ ਆਪਣੀ ਲੁੱਕਸ ਨੂੰ ਲੈ ਕੇ। ਓਬਵੀਅਸਲੀ ਜਿਹੜਾ ਬੱਚਾ ਥੋੜ੍ਹਾ ਜਿਹਾ ਓਬੈਸਿਟੀ ਹੋ ਗਿਆ, ਜਦੋਂ ਆਪਣੇ ਬਰਾਬਰ ਦੇ ਬੱਚਿਆਂ ਨੂੰ ਸਲੀਕ ਸਮਾਰਟ ਦੇਖਦਾ ਹੈ ਤਾਂ ਉਹਨੂੰ ਥੋੜ੍ਹਾ ਜਿਹਾ ਆਉਂਦਾ ਹੈ। ਸੋ ਇਹਦੇ 'ਚ ਬੱਚਿਆਂ ਨੂੰ ਮੈਂ ਇਹੀ ਮੋਟੀਵੇਟ ਕਰੂੰਗੀ ਕਿ ਬੇਸਿਕਲੀ ਇਹਦੇ 'ਚ ਜਿਹੜੀ ਤੁਹਾਡੀ ਫਿਜ਼ੀਕਲ ਐਕਟੀਵਿਟੀ ਹੈ ਜੇ ਤੁਸੀਂ ਉਹਨੂੰ ਇਨਕਲੂਡ ਕਰ ਲਓਗੇ ਔਰ ਆਪਣੀ ਡਾਈਟ 'ਚੋਂ ਜੰਕ ਫੂਡ ਨੂੰ ਮਾਈਨਸ ਕਰ ਲਓਗੇ, ਮੈਦਾ ਨਾਲ ਬਣੀਆਂ ਜਾਂ ਤਲੀਆਂ ਹੋਈਆਂ ਚੀਜ਼ਾਂ ਨੂੰ ਘਟਾ ਲਓਗੇ ਤਾਂ ਤੁਸੀਂ ਵੀ ਓਨੇ ਹੀ ਸਲਿਮ ਔਰ ਬਿਊਟੀਫੁਲ ਹੋ ਸਕਦੇ ਹੋ ਜਿੰਨੇ ਤੁਹਾਡੇ ਕਲੀਗਸ ਹੈ, ਦੂਜੇ ਫਰੈਂਡਸ ਹੈਗੇ। ਸੋ ਉਹਦੇ 'ਚ ਕੁਛ ਨਹੀਂ ਹੈ, ਇੱਕ ਐਕਸਟਰਾ ਐਫਰਟ ਪਾਉਣ ਦੀ ਲੋੜ ਹੈ। ਸੋ ਉਹ ਐਕਸਟਰਾ ਐਫਰਟ ਹੁਣ ਪਾਉਣਾ ਹੀ ਪਏਗਾ। ਯੂ ਮੇਡ ਇਟ ਸੋ ਈਜ਼ੀ ਡਾਕਟਰ ਸਾਹਿਬ। ਮਤਲਬ ਜਿੰਨਾ ਅਸੀਂ ਸੋਸ਼ਲ ਮੀਡੀਆ 'ਤੇ ਸੁਣਦੇ ਹਾਂ ਇਹਨੂੰ ਬੜਾ ਫੋਬੀਆ ਇਸ ਚੀਜ਼ ਦਾ ਬਣਿਆ ਹੋਇਆ ਹੈ। ਤਾਂ ਮੇਰਾ ਇੱਕ ਹੋਰ ਸਵਾਲ ਡਾਕਟਰ ਸਾਹਿਬ ਇਹਦੇ ਰਿਲੇਟਿਡ ਹੀ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਇਹ ਪੋਲੀਸਿਸਟ ਓਵੇਰੀਅਨ ਡਿਜ਼ੀਜ਼ ਹੈ ਕਿਸੇ ਸਟੇਜ 'ਤੇ ਜਾ ਕੇ ਕੈਂਸਰ ਵੀ ਕਾਜ਼ ਕਰ ਸਕਦੀ ਹੈ। ਤਾਂ ਤੁਸੀਂ ਇਹ ਵੀ ਦੱਸੋ ਕਿ ਇਹ ਮਿਥ ਹੈ ਜਾਂ ਇਹ ਫੈਕਟ ਹੈ? ਦੇਖੋ ਆਈ ਥਿੰਕ ਦਿਸ ਇਜ਼ ਨੋਟ ਅ ਫੈਕਟ, ਦਿਸ ਇਜ਼ ਅ ਮਿਥ ਓਨਲੀ ਬਿਕੋਜ਼ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹਾਰਮੋਨਲ ਇੰਬੈਲੈਂਸ ਹੈ। ਇਹਦੇ 'ਚ ਕੋਈ ਇੱਦਾਂ ਦਾ, ਬਲਕਿ ਜੇ ਆਪਾਂ ਉੱਦਾਂ ਦੇਖੀਏ ਤਾਂ ਈਸਟ੍ਰੋਜਨ ਜਿਹੜਾ ਫੀਮੇਲ ਹਾਰਮੋਨ ਹੈ, ਐਕਸੈਸ ਆਫ ਈਸਟ੍ਰੋਜਨ ਇਜ਼ ਨੋਨ ਟੂ ਕਾਜ਼ ਕੈਂਸਰ, ਨਾਟ ਦ ਟੈਸਟੋਸਟਰੋਨ। ਸੋ ਜਿਹੜੇ ਪੋਲੀਸਿਸਟਿਕ ਓਵਰੀਅਨ ਫੀਮੇਲਸ ਹੈ ਉਹਨਾਂ 'ਚ ਤਾਂ ਟੈਸਟੋਸਟਰੋਨ ਜ਼ਿਆਦਾ ਹੁੰਦਾ ਹੈ
ਅਦਰਵਾਈਜ਼ ਇੱਦਾਂ ਦੀ ਮੇਰੇ ਧਿਆਨ 'ਚ ਕੋਈ ਸਟੱਡੀ ਨਹੀਂ ਹੈ ਜਿਹਦੇ 'ਚ ਆਪਾਂ ਇਹ ਕਹੀਏ ਕਿ ਵੀ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਵਾਲਿਆਂ 'ਚ ਕੈਂਸਰ ਜ਼ਿਆਦਾ ਹੁੰਦਾ ਹੈ। ਜਿਵੇਂ ਇੱਕ ਜਿਹੜਾ ਕਿ 2 to 4% ਕੈਂਸਰ ਦੀ ਸੰਭਾਵਨਾ ਹਰ ਕਿਸੇ ਵੀ ਮਤਲਬ ਇੱਕ ਸੁਸਾਇਟੀ 'ਚ ਹੈ ਜਾਂ ਕਿਸੇ ਵਿਲੇਜ ਹੈ ਜਾਂ ਕਿਸੇ ਕੰਟਰੀ ਦਾ ਉਹ ਹੈ, ਉਹੀ ਡਾਟਾ ਇਹ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਵਾਲਿਆਂ 'ਤੇ ਲਾਗੂ ਹੁੰਦਾ ਹੈ। ਮਤਲਬ ਕੋਈ ਐਕਸਟਰਾ ਇਹਦੇ 'ਚ ਕੈਂਸਰ ਹੋਣ ਦੇ ਚਾਂਸਸ ਨਹੀਂ ਹੈ। ਸੋ ਮਤਲਬ PCOS ਜਾਂ PCOD ਜੋ ਹੈ ਇਹ ਵੀ ਦੂਸਰੀਆਂ ਬਿਮਾਰੀਆਂ ਦੀ ਤਰ੍ਹਾਂ ਟ੍ਰੀਟੇਬਲ ਹੈ ਔਰ ਇਸ ਤੋਂ ਵੀ ਜਿਹੜਾ ਨਿਜਾਤ ਹੈ ਉਹ ਪਾਇਆ ਜਾ ਸਕਦਾ। ਬਿਲਕੁਲ ਡੈਫੀਨੇਟਲੀ। ਬਸ ਯੈਸ, ਜੇ ਆਪਾਂ ਉਹ ਕਹਿੰਦੇ ਆ ਵੀ ਜੇ ਆਪਾਂ ਧਾਰ ਲਿਆ ਤਾਂ ਕੀ ਨਹੀਂ ਕਰ ਸਕਦੇ, ਸੰਕਲਪ ਸੇ ਸ੍ਰਿਸ਼ਟੀ ਹੈ। ਜੇ ਮੈਂ ਸੰਕਲਪ ਕਰ ਲਿਆ ਕਿ ਇਸ ਚੀਜ਼ ਨਾਲ ਮੈਂ ਫਾਈਟ ਕਰਨਾ ਹੈ ਤਾਂ ਕੋਈ ਮੈਨੂੰ ਰੋਕ ਨਹੀਂ ਸਕਦਾ ਔਰ ਮੈਂ ਉਹਦੇ 'ਚ ਸਕਸੈਸਫੁਲ ਨਾ ਹੋਵਾਂ ਇਹ ਹੋ ਨਹੀਂ ਸਕਦਾ, ਲੇਕਿਨ ਯੈਸ ਧਾਰਨਾ ਪਏਗਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇਣ ਲਈ। ਤਾਂ ਸਾਡੇ ਨਾਲ ਡਾਕਟਰ ਧੀਰਾ ਗੁਪਤਾ ਸੀਗੇ ਔਰ ਇਹਨਾਂ ਨੇ ਬਹੁਤ ਹੀ ਸਾਨੂੰ ਡਿਟੇਲ ਦੇ ਵਿੱਚ ਜਿਹੜਾ ਹੈ PCOS ਔਰ PCOD ਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਬਿਲਕੁਲ ਕਲੀਅਰ ਕੀਤਾ ਕਿ ਇਸ ਬਿਮਾਰੀ ਤੋਂ ਜੋ ਹੈ ਨਿਜਾਤ ਪਾਈ ਜਾ ਸਕਦੀ ਹੈ ਔਰ ਇਸ ਦੇ ਰਿਲੇਟਿਡ ਸਾਰੇ ਜਿਹੜੇ ਮਿਥ ਸੀ ਔਰ ਫੈਕਟਸ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਕਲੀਅਰ ਕੀਤਾ ਹੈ। ਬਠਿੰਡਾ ਤੋਂ ਰੋਜ਼ਾਨਾ ਸਪੋਕਸਮੈਨ TV ਦੇ ਲਈ ਆਕਾਂक्षा ਸਕਸੈਨਾ।